ਓਕੇ ਜੀ ਮਿੱਤਰੋ, ਸੋ ਆਪਾਂ ਇੱਕ ਵੀਡੀਓ ਦੇਖੀ ਸੀ ਜਿਹਦਾ ਟਾਈਟਲ ਸੀਗਾ ਟਰਾਂਸਜੈਂਡਰਸ ਰਾਈਟਸ ਇਨ ਇਸਲਾਮ ਐਂਡ ਬਾਈ ਅਲੀ ਮਿਰਜ਼ਾ ਸਾਹਿਬ। ਉਹਨਾਂ ਨੇ ਬਹੁਤ ਸੋਹਣੇ ਜਿਹੜੇ ਐਗਜ਼ਾਮਪਲ ਦਿੱਤੇ ਸੀ। ਪਾਰਟ ਆਪਾਂ ਪਹਿਲਾਂ ਦੇਖਿਆ ਸੀ, ਦੂਜਾ ਪਾਰਟ ਆਪਾਂ ਦੇਖਿਆ ਨਹੀਂ, ਕਾਫੀ ਟਾਈਮ ਹੋ ਗਿਆ ਤੇ ਅੱਜ ਆਪਾਂ ਜਿਹੜਾ ਸੈਕਿੰਡ ਪਾਰਟ ਉਹਦਾ ਦੇਖਣ ਲੱਗੇ ਹਾਂ, ਉਹਦੇ 'ਚ ਗੁਫ਼ਤਗੂ ਕਰਨ ਲੱਗੇ ਹਾਂ। ਕਿਉਂਕਿ ਕਿਸੇ ਇੱਕ ਬੰਦੇ ਨੇ ਵੀ ਸਵਾਲ ਪੁੱਛਿਆ ਸੀਗਾ ਕਿ ਜੇ ਉਹਨਾਂ ਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਨਹੀਂ ਗੀ ਇੱਦਾਂ ਦੀ, ਹੈ ਨਾ, ਵੀ ਮੈਡੀਕਲੀ ਉਹਨਾਂ ਦਾ ਇਲਾਜ ਕੀਤਾ ਜਾਵੇ, ਪਰ ਉਹਨਾਂ ਨੂੰ ਪਤਾ ਨਹੀਂ ਕੀ ਮਸਲਾ ਹੈ, ਉਹਨਾਂ ਨੂੰ ਯਾਨੀ ਕਿ ਇੰਟਰਸਟ ਹੈ ਨਹੀਂ ਕੁੜੀਆਂ ਦੇ ਵਿੱਚ, ਹੈ ਨਾ, ਵੀ ਅਪੋਜ਼ਿਟ ਜੈਂਡਰ ਦੇ ਵਿੱਚ, ਸੇਮ ਜੈਂਡਰ ਦੇ ਵਿੱਚ ਉਹਨਾਂ ਨੂੰ ਇੰਟਰਸਟ ਹੈ। ਐਂਡ ਇਹੋ ਜਿਹੀਆਂ ਗੱਲਾਂ ਨੂੰ ਕਿੱਦਾਂ ਇਸਲਾਮ ਦੇਖਦਾ, ਆਪਾਂ ਪਾਰਟ ਪਹਿਲੇ ਦੇ ਵਿੱਚ ਦੇਖਿਆ ਸੀਗਾ। ਹੁਣ ਅਗਲਾ ਕੁਐਸਚਨ ਕੀ ਹੋਣ ਵਾਲਾ ਕਿਸੇ ਬੰਦੇ ਦਾ, ਉਹ ਆਪਾਂ ਅੱਜ ਇਸ ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ। ਦੇਖਦੇ ਹਾਂ ਅਲੀ ਮਿਰਜ਼ਾ ਸਾਹਿਬ ਅਕੋਰਡਿੰਗ ਟੂ ਦਾ ਇਸਲਾਮ ਕੀ ਉਹਦਾ ਜਵਾਬ ਦਿੰਦੇ ਆ। ਪਹਿਲੀ ਵੀਡੀਓ ਦੇ ਵਿੱਚ ਕਾਫੀ ਸਾਰੇ ਲੋਕਾਂ ਦੇ ਸ਼ਾਇਦ ਡਾਊਟ ਕਲੀਅਰ ਹੋਏ ਹੋਣੇ ਆ, ਹੈ ਨਾ, ਤੇ ਕਾਫੀ ਇੱਕ ਵਧੀਆ ਟੌਪਿਕ ਸੀ ਜਿੱਤੇ ਸ਼ਾਇਦ ਬਹੁਤ ਘੱਟ ਗੱਲਬਾਤ ਹੁੰਦੀ ਹੈ, ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਜਿਹੜਾ ਦੌਰ ਆ, ਦੁਨੀਆ ਜਿੱਧਰ ਨੂੰ ਜਾ ਰਹੀ ਹੈ, ਕਿਉਂਕਿ ਇੱਦਾਂ ਦੇ ਲੋਕ ਜਿਹੜੇ ਆਨਲਾਈਨ ਆ ਕੇ ਇੱਕ ਲੋਕ ਦਿਖਾਵਾ ਕਰਦੇ ਆ ਇਹਨਾਂ ਚੀਜ਼ਾਂ ਦਾ ਕਿ ਬਈ ਦੇਖੋ ਆਈ ਐਮ ਅ ਥਰਡ ਜੈਂਡਰ। ਪਹਿਲਾਂ ਦਿਖਾਵਾ ਨਹੀਂ ਹੁੰਦਾ ਸੀ, ਪਹਿਲਾਂ ਠੀਕ ਹੈ ਰੱਬ ਦੀ ਰਜ਼ਾ ਦੇ ਵਿੱਚ ਵੀ ਉਹ ਵੀ ਰੱਬ ਦੀ ਮਖਲੂਕ ਹੈ, ਉਹ ਵੀ ਰੱਬ ਦੇ ਜੀ ਹੈ, ਵੀ ਚਲੋ ਠੀਕ ਹੈ, ਹੈ ਨਾ। ਪਰ ਅੱਜ ਕੱਲ੍ਹ ਕੀ ਹੈ ਕਿ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕੀਤਾ ਜਾਂਦਾ। ਕਿਉਂ ਹਾਈਲਾਈਟ ਕੀਤਾ ਜਾਂਦਾ ਮੈਨੂੰ ਨਹੀਂ ਪਤਾ। ਮੈਂ ਅਕਸਰ ਕਹਿੰਦਾ ਕਿ ਜੇ ਮੈਂ ਮੁੰਡਾ ਤਾਂ ਮੈਂ ਕੀ ਬਾਰ-ਬਾਰ ਆ ਕੇ ਵੀਡੀਓ ਬਣਾ ਕੇ ਇਹ ਦੱਸਣ ਡਿਆ ਕਿ ਮੈਂ ਮੁੰਡਾ ਮੈਂ ਮੁੰਡਾ ਮੈਂ ਮੁੰਡਾ। ਕਿਉਂ ਦੱਸਣਾ? ਮੈਂ ਨਹੀਂ ਦੱਸ ਰਿਹਾ, ਠੀਕ ਹੈ, ਹੈਗਾ। ਕੁੜੀ ਨੂੰ ਇਹ ਨਹੀਂ ਦੱਸਣਾ ਪੈ ਰਿਹਾ ਕਿ ਉਹ ਕੁੜੀ ਹੈ। ਤਾਂ ਜਿਹੜੇ ਟਰਾਂਸਜੈਂਡਰਸ ਹੈ, ਜਿਹੜੇ ਅੱਜ ਕੱਲ੍ਹ LGBTQ+ ਕਹੇ ਜਾਂਦੇ ਹੈ, ਵੀ ਪਤਾ ਨਹੀਂ ਸ਼ਾਇਦ 30+ ਜੈਂਡਰ ਅੱਜ ਕੱਲ੍ਹ ਰਿਵੀਲ ਹੋ ਚੁੱਕਿਆ, ਅੱਗੇ ਇਕੱਲਾ ਥਰਡ ਜੈਂਡਰ ਕਹਿੰਦੇ ਸੀ, ਤਾਂ ਉਹਨਾਂ ਨੂੰ ਕਿਉਂ ਆ ਕੇ ਰੌਲਾ ਪਾਉਣਾ ਪੈ ਰਿਹਾ? ਤੁਸੀਂ ਠੀਕ ਹੈ ਆਪਣੀ ਲਾਈਫ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਜਿਉਂ, ਇਹਨੂੰ ਹਿਡਨ ਵੀ ਰੱਖ ਸਕਦੇ ਹੋ ਤੁਸੀਂ, ਪਰ ਤੁਸੀਂ ਹਾਈਲਾਈਟ ਹੀ ਕਿਉਂ ਕਰਨਾ? ਮੈਂ ਸਭ ਦੀ ਗੱਲ ਨਹੀਂ ਕਰ ਰਿਹਾ, ਕੁਝ ਜਿਹੜੇ ਇਨਫਲੂਐਂਸਰ ਬਣੇ ਆ ਉਹਨਾਂ ਦੀ ਗੱਲ ਕਰ ਰਿਹਾ। ਸੋ ਪਾਰਟ 2 ਦੇ ਵਿੱਚ ਕੀ ਹੈ ਦੇਖਦੇ ਹਾਂ। ਵੈਲਕਮ ਬੈਕ ਟੂ ਦਾ ਚੈਨਲ, ਮੇਰਾ ਨਾਮ ਹੈ ਸਨਮੀਤ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬੀ ਰੀਲ TV। अगला सवाल है, ट्रांसजेंडर या हिजड़ा को विरासत में हिस्सा किस हिसाब से मिलेगा? वो मेडिकली अगर ये डिसाइड हो जाए कि मर्दों के ज्यादा करीब है तो मर्दों के एतबार से हिस्सा मिलेगा, और अगर औरतों के ज्यादा करीब है तो औरतों के एतबार से। ज़ाहिर है इसकी ਅੱਛਾ, ਇਹ ਅਕੋਰਡਿੰਗ ਟੂ ਇਸਲਾਮ ਆ, ਬਟ ਮੇਰੇ ਖਿਆਲ ਜਨਰਲੀ ਤਾਂ ਯਾਰ ਜਿਵੇਂ ਤੁਸੀਂ ਆਪਦੇ ਬੱਚਿਆਂ ਨੂੰ ਦੇ ਰਹੇ ਹੋ, ਮੁੰਡਾ ਕੁੜੀ ਵਟਐਵਰ, ਕਿਉਂਕਿ ਮੋਸਟਲੀ ਕੀ ਹੁੰਦਾ, ਕੁੜੀਆਂ ਨੂੰ ਤੁਸੀਂ ਕੁੜੀਆਂ ਦੇ ਵਿਆਹ ਕਰ ਦਿੰਦੇ ਆ, ਉਹਨਾਂ ਨੂੰ ਦਹੇਜ ਦੇ ਦਿੰਦੇ ਆ, ਉਹਨਾਂ ਦੇ ਕਾਫੀ ਪੈਸੇ ਆਲਰੇਡੀ ਲਾ ਦਿੰਦੇ ਹੋ, ਹੈ ਨਾ। ਅੱਜ ਕੱਲ੍ਹ ਇਹੀ ਸਿਸਟਮ ਚੱਲਿਆ। ਤੇ ਮੁੰਡੇ ਕਿਉਂਕਿ ਜਿਹੜੇ ਪੇਰੈਂਟਸ ਨੂੰ ਵੀ ਸਾਂਭਦੇ ਆ, ਆਲ ਦੈਟ ਸਾਰੀਆਂ ਚੀਜ਼ਾਂ, ਨਾ, ਤਾਂ ਫਿਰ ਮੁੰਡੇ ਦੀ ਜਿਹੜੀ ਬਾਕੀ ਪੇਰੈਂਟਸ ਦੀ ਪ੍ਰੋਪਰਟੀ ਆ ਉਹ ਮੁੰਡੇ ਦੀ ਹੁੰਦੀ ਆ। ਮਤਲਬ ਇਹ ਪੁਰਾਣਾ ਇੱਕ ਢੰਗ ਬਣਿਆ ਹੋਇਆ ਵੀ ਇਹ ਨਹੀਂ ਹੁੰਦਾ ਕਿ ਕੁੜੀਆਂ ਨੂੰ ਛੱਡ ਦਿੱਤਾ ਜਾਂਦਾ, ਕਿਉਂਕਿ ਕੁੜੀਆਂ ਦੇ ਵਿਆਹ 'ਤੇ ਵੀ ਬਹੁਤ ਪੈਸਾ ਲੱਗਦਾ ਮੁੰਡਿਆਂ ਦੇ ਅਕੋਰਡਿੰਗ, ਮਤਲਬ ਅਕੋਰਡਿੰਗ ਨਹੀਂ, ਕੰਪੈਰੀਟਿਵ। पर कयास और इज्तिहाद होगा, और इसमें ਪਰ ਮੇਰੇ ਖਿਆਲ ਇਹ ਜਸਟੀਫਾਈਡ ਨਹੀਂ ਹੈਗਾ। ਇਹ ਮੇਰੀ ਪਰਸਨਲ ਓਪੀਨੀਅਨ ਜੇ ਪੁੱਛੋ ਤਾਂ ਇਹ ਜਸਟੀਫਾਈਡ ਨਹੀਂ ਹੈਗਾ, ਕਿਉਂਕਿ ਦਾਜ ਦੂਜ ਤਾਂ ਚਲੋ ਇੱਕ ਮਸਲਾ ਹੈ, ਇਹ ਨਹੀਂ ਦੇਣਾ ਚਾਹੀਦਾ। ਸਗੋਂ ਕੁੜੀਆਂ ਦਾ ਵੀ ਪ੍ਰੋਪਰਟੀ ਦੇ ਵਿੱਚ ਹੱਕ ਹੋਣਾ ਚਾਹੀਦਾ, ਮੈਨੂੰ ਇਹ ਲੱਗਦਾ। यानी काफ़ी ज़्यादा काम किया। फ़िक़्ह हनफ़ी में भी आपको मिल जाएगा, बार शरीयत के अंदर भी आपको ये सारे मसाइल मिल जाएंगे। कुरान और सुन्नत में बुनियादी चीज़ों से इन चीज़ों को अख़ज़ किया गया है, और ये इस्लाम की खूबसूरती है कि उसने इसको इज्तिहाद पे छोड़ा है। अगर इसको डेफिनेट बता देता हमारे लिए मुसीबत खड़ी हो जाती। ये अक्सर लोग कहते हैं कुरान हदीस में ये मसला कहाँ लिखा हुआ है, वो जानबूझ के नहीं लिखा हुआ। इज्तिहाद इस्लाम की खूबसूरती है, क़यामत तक जारी रहेगी। अगर फिक्स हो जाता तो आपके लिए मुसीबत खड़ी हो जाती। और इसकी असल वो हदीस है, बुखारी और मुस्लिम दोनों में है, कि नबी सल्लल्लाहु अलैहि वसल्लम ने फरमाया कि असर की नमाज नहीं पढ़नी मगर बरू कुरैज़ा में जाकर। अब सहाबा कराम जब जा रहे थे, रास्ते में असर की नमाज कज़ा होने लगी, मगरिब का वक्त आ गया, कुछ साहब ने नमाज पढ़ ली, कुछ ने जाके बरू कुरैज़ा के किलों के पास जाके कज़ा करके पढ़ी। जो जिन्होंने पढ़ ली उन्होंने कहा कि हुजूर का मतलब ये था जल्दी पहुंचना है, ये नहीं कहा था कि नमाज ही छोड़ देनी है। दूसरों ने कहा नहीं, आपके अल्फाज थे कि वहां पढ़नी है। दोनों ने 180 डिग्री डिसीजन किया। बुखारी मुस्लिम के अल्फाज हैं, ये शिकायत नबी सल्लल्लाहु अलैहि वसल्लम के पास आई तो आप सल्लल्लाहु अलैहि वसल्लम ने दोनों को कुछ नहीं कहा। हालांकि थीम को फॉलो किया था उन्होंने ही, जिन्होंने नमाज कज़ा होने से बचा ली थी। दूसरों को बेनिफिट ऑफ डाउट इसलिए दे दिया गया कि उन्होंने ज़ाहिरी अल्फाज पे अमल किया, ठीक है। तो इज्तिहाद के मामलात में भी मुसलमानों को बेनिफिट ऑफ डाउट दिया गया है कि आप इस तरह के मामलात को इज्तिहाद कर लें। अगले दिन सवाल है, ये बताएं जी, वो अगर कोई चांद पे चला जाए तो वो नमाज किस तरह मुंह करके पढ़ेगा? तो मैं फिर इनसे पहले मैंने इनको फकी दी कि मुकल्लिद तो आप है, जरा इमाम हनीफा से पूछ के बताएं। उनके ज़माने में तो किसी ने सोचा नहीं था चांद पे जाएगा। तो अगर मैं ये मसला हल कर दूं तो फिर आप सब हनफियों को मेरा मुकल्लिद होना पड़ेगा। ये मैं जोक के तौर पे कह रहा हूं। तो मैंने बताया कि भाई बड़ा आसान है कि आप जब चांद पे जाएं तो आपको पता है चांद पे जाके ज़मीन इसी तरीके से नजर आ रही होती है जिस तरह यहाँ से चांद, सिर्फ साइज बड़ा होता है। तो चांद पे खड़े होकर जिस तरफ आपको ज़मीन नजर आ रही है उस तरफ मुंह करके नमाज पढ़ ले, किबला उधर ही होगा, क्योंकि इतने किलोमीटर दूर किबला बिल्कुल लोकेट होगा, क्योंकि जब आप इतनी लंबी आप एक लेंथ में आ जाएंगे उसमें इंचेस का कोई फर्क नहीं होता। तो मसला मैंने हल कर दिया ना जी, तो फिर हो जाओ मेरे मुकल्लिद और एक बार झूम के कह दो कि नाम है वहाबी।
نہ میں بابی، میں ہوں مسلم علمی کتابی. خام خواہ کہانیاں بنائی ہیں. وہ جی ریل گاڑی میں نماز. اچھا ریل گاڑی میں نماز کس بزرگ نے بتائی ہے؟ آپ کے بزرگ تو ریل گاڑی کے روکتے ہی رہے ہیں. وہ کہندے نے جناب ایک بزرگ اتنے انجن نہیں سی رکدا اتنے ٹرین دا. انہاں نگاہ ماری انجن چھالا ماردا سی اتنے ہی اگے نہیں سی ٹردا. انہاں سمجھے گھوڑا ہے. ان کو پتہ نہیں انجن اگر ایسے چھالے مارے تو وہ پٹری سے نیچے گر جائے گا. ٹھیک ہے تو آپ بتائیں بزرگوں نے روکی ہے. جن بزرگوں کو یہ زوم ہے نا کہ وہ انجن روک سکتے ہیں, یہ سارے کے سارے بزرگ جو ہے نا وہ ان کو سامنے صرف انجن کی پٹری کے آگے بٹھا دے, 120 کی رفتار میں ریل کار ہم لے کے آتے ہیں, روک کے بتائے کوئی. کہانیاں بنائی نے اس طرح کدھر کو روک سکتا ہے خام خواہ. اچھا پھر بزرگ ہر جگہ بھی آ جاتے ہیں, کہتے ہیں مڑ مڑ کے سارے بزرگوں نے رگڑتا. کیا کریے بزرگوں نے خرابی بڑی بڑی لیول دی پائی ہے. جب تک کتے کو آپ کنویں سے نہیں نکالیں گے ڈول نکالنے سے پاک نہیں ہوگا. جو فرسودہ نظریات قرآن و سنت کے مقابل داخل کر دی انہوں نے دین میں, یہ ساتھ ساتھ نکالنے ضروری ہیں. صرف ڈول نہیں نکالنے, میں ڈول بھی نکالتا ہوں اور ان کو بھی نکالتا ہوں. ٹھیک ہو جزاک اللہ. علی بھی اگلا سوال ہے, کیا ٹرانسجینڈر یا ہجرا اپنی مرضی سے اپنا جینڈر اختیار کر سکتا ہے؟ نہیں کر سکتا جی. اچھا اگر یہ اس سے اختیار کرنے سے مراد یہ رہ رہا ہے کہ وہ ٹرانسجینڈر تو ہے لیکن وہ ڈکلریشن میں اپنے آپ کو مرد کے قریب کر لے یا عورت کے, تو وہ بےمانی کر رہا ہوگا. مرد کے قریب ہے تو ڈاکٹر ڈیسائیڈ کرے گا, وہ خود ڈیسائیڈ نہیں کرے گا. باقی اگر اس سے مراد کو یہ لے رہا ہے کہ وہ اپنا جینڈر خود کرنے کے لیے, یعنی کوئی مرد اپنے آپ کو عورت بنا لیتا ہے اس اعتبار سے کہ وہ یعنی اپنے آپ کو ڈسیبل کروا لیتا ہے سیکچولی, وہ تو حرام ہے. وہ تو قرآن کی روح سے واضح حرام ہے. بخاری مسلم میں حدیث ہے, ان مردوں پہ لانا جو عورتوں کی مشابہت کریں, ان عورتوں پہ لانا تو مردوں کی مشابہت کریں, وہ بھی اس میں آئیں گے. اور وہ جو قرآن کی آیت تو سب سے اوپر ہے, سورہ نساء آیت نمبر 119. ਇੱਕ ਮਿੰਟ ਇੱਕ ਮੇਰਾ ਕੁਐਸਚਨ ਹੈ, ਜਿਵੇਂ ਲਾਸਟ ਵੀਡੀਓ 'ਚ ਆਪਾਂ ਦੇਖਿਆ ਸੀਗਾ ਕਿ ਕਹਿੰਦੇ ਸੀਗੇ ਵੀ ਜੇਕਰ ਕੋਈ ਬੰਦਾ ਇਦਾਂ ਦਾ ਹੈ ਜਿਹਨੂੰ ਬੰਦਿਆਂ 'ਚ ਇੰਟਰਸਟ ਹੈ ਤਾਂ ਉਹਨੂੰ ਆਪਦੇ ਆਪ ਤੇ ਕਾਬੂ ਰੱਖਣਾ ਚਾਹੀਦਾ. ਇਹਨਾਂ ਨੇ ਆਪਾਂ ਨੂੰ ਇਹ ਦੱਸਿਆ ਸੀਗਾ ਹੈ ਨਾ. ਪਰ ਇਫ ਜੇ ਉਹ ਆਪਣਾ ਟ੍ਰੀਟਮੈਂਟ ਕਰਵਾ ਲੇ ਕੁਝ ਇਦਾਂ ਦਾ ਵੀ ਉਹਦਾ ਮਰਦਾਂ ਤੋਂ ਇੰਟਰਸਟ ਹਟ ਕੇ ਫੀਮੇਲ ਦੇ ਵਿੱਚ ਹੋ ਜਾਵੇ ਤਾਂ ਫਿਰ ਮਤਲਬ ਕੀ ਦਿੱਕਤ ਹੈ? ਇੱਥੇ ਇਹ ਕਹਿ ਰਹੇ ਆ ਕਿ ਇਹ ਵੀ ਚੀਜ਼ ਜਾਇਜ਼ ਨਹੀਂ ਹੈ, ਤਾਂ ਫਿਰ ਇਹ ਤਾਂ ਇੱਕ ਕਸੂਤੀ ਗੇਮ ਨਹੀਂ ਪੈ ਗਈ. ਬਾਕੀ ਜਾਂ ਕਿਉਂਕਿ ਇਹ ਜਿਹੜਾ ਟੌਪਿਕ ਹੈ ਨਾ ਬਹੁਤ ਇੰਪੋਰਟੈਂਟ ਐਂਡ ਗੁੰਝਲਦਾਰ ਟੌਪਿਕ ਹੈ, ਸੋ ਇਹਦੇ 'ਤੇ ਆਰਾਮ ਨਾਲ ਡਿਸਕਸ਼ਨ ਹੋ ਸਕਦੀ ਹੈ ਅਤੇ ਦੇਖਦੇ ਹਾਂ ਅੱਗੇ. ਬਸ ਕਈ ਵਾਰੀ ਦੇਖੋ ਪੁਰਾਣਾ ਪਾਰਟ ਸੀਗਾ, ਕਾਫੀ ਦਿਨ ਹੋ ਗਏ ਉਹਨੂੰ ਸੁਣੇ ਨੂੰ, ਸ਼ਾਇਦ ਮੈਨੂੰ ਵੀ ਸੁਣਨ ਦੇ ਵਿੱਚ ਕੁਛ ਮਿਸਕਨਸੈਪਸ਼ਨ ਹੋ ਗਈ ਹੋਵੇ. لیٹس واچ فردر. وَلَآمُرَنَّهُمْ فَلَا يُغَيِّرُنَّ خَلْقَ اللَّهِ, میں تیری مخلوق کو ابھاروں گا کہ تیری بنائی ہوئی تخلیق کو بدلیں گے. البتہ یہاں پہ میں عرض کر دوں, بعض اوقات تخلیق جیسا کہ بخاری و مسلم میں حدیث ہے 5 چیزیں فطرت میں داخل ہیں. مونچھیں کا پس کرنا, زیر ناف بال کاٹنا, بغلوں کے بال کاٹنا یا اکھیڑنا یا صاف کرنا, ناخن کاٹنا اور ختنہ کروانا. اور مسلم شریف میں 10 چیزیں آئی ہیں, اس میں داڑھی بڑھانا بھی آیا ہے, مسواک کرنا بھی آیا ہے, ناک صاف کرنا بھی آیا ہے. ٹھیک ہے جی, یہ ساری چیزیں آئی ہیں. تو یہاں پہ خطرے میں آپ تخلیق بگاڑ رہے ہوتے ہیں, لیکن یہاں بگاڑنا فطرت ہے جی. ٹھیک ہو. اچھا اس میں کوئی یہ سوال کر سکتا ہے کہ یہ کانوں میں بالیاں ڈالنا عورت کے لیے یہ بھی تو فطرت بگاڑ رہا ہے؟ نہیں, مرد تو نہیں ڈال سکتا, عورت کے لیے یہ خوبصورتی کی علامت ہے. قرآن میں بھی آیا نا عورت کے بارے میں کہ زیورات میں لدی ہوئی ہوتی ہے. زینت. جی. اور بخاری مسلم میں آیا کہ جب نبی علیہ السلام نے چندے کی اپیل کی تو عورتوں نے اپنی بالیاں بھی کانوں کی اتار کے دیں. تو اس سے کانوں کی بالیاں, یہ امام حنیفہ نے نہیں ثابت کی ہیں, حدیث شریف میں ثابت ہے. کانوں کی بالیاں اسی وقت اتاری جاتی ہیں جب کانوں میں ڈلی ہوئی ہوں. تو یہ تخلیق بگاڑنا نہیں. اس طریقے سے ناک چھدوانا یہ تخلیق بگاڑنا نہیں ہے. تخلیق بگاڑنا وہ ہے جو آپ ایک ڈومیننٹ چینج کر دیں گے, وہ تو ایون اپنے بالوں میں کرے. صحیح مسلم میں حدیث ہے نبی علیہ السلام نے قضا کرنے سے منع کیا ہے کہ کوئی بالوں کا حصہ ریموو کر کے آپ پٹی بنا لیں, دوسری چھوڑ دیں, ایسے فٹ بالروں نے کی ہوتی ہے, یہ بھی منع ہے. تو اس حوالے سے یہ چیز کلیئر ہوگی. ਅੱਛਾ ਇਹਦੇ 'ਚ ਹੁਣ ਪੀਅਰਸਿੰਗ ਹੈ ਜਿਹੜੀ ਉਹ ਇਕੱਲੇ ਨੱਕ ਤੇ ਕੰਨ 'ਚ ਨਹੀਂ ਹੁੰਦੀ. ਅੱਜ ਕੱਲ੍ਹ ਤਾਂ ਬਈ ਕੋਈ ਆਈਬਰੋ ਤੇ ਕਰਾਉਣ ਡਿਆ, ਕੋਈ ਬੈਲੀ ਬਟਨ ਤੇ ਕਰਾਉਣ ਡਿਆ, ਕੋਈ ਇੱਥੇ ਲਿਪਸ ਤੇ ਕਰਾਉਣ ਡਿਆ, ਕੋਈ ਕਿਤੇ ਕਰਾਉਣ ਡਿਆ, ਤਾਂ ਉਹਦਾ ਕੀ ਫਿਰ? آخری سوال ہے نبی, کیا اسلام میں ٹرانسجینڈرز کے نماز جنازہ کا کوئی خاص طریقہ ہے؟ ٹرانسجینڈرز کے نماز جنازہ کا کوئی خاص طریقہ نہیں ہے, لیکن یہ بات حقیقت ہے کہ آپ نے ہجڑوں کا یا مخنثین کا یا ٹرانسجینڈرز کا عموماً جنازہ ہوتے ہوئے دیکھا نہیں ہوگا. یہ عموماً رات کے وقت خود ہی جنازہ پڑھ کے, جنازہ کا ان کو نماز بھی نہیں پڑھنی آتی. یہ تو اللہ بھلا کرے تبلیغی جماعت کا جنہوں نے پہلی دفعہ ان کو بھی کوئی انسانیت میں سمجھتے ہوئے ان کی جماعتیں نکالنی شروع کی ہیں, ان میں دعوت و تبلیغ کا کام شروع کیا ہے. ہجڑوں کی جماعتیں باقاعدہ نکلتی ہیں تبلیغی جماعت کی. جناب انہوں نے اس پورشن کو ان اٹینڈڈ نہیں چھوڑا, اور بڑے بڑے نیک ہجڑے ہیں
جو اپنے سارے کام چھوڑ کے ان کاموں میں آ چکے ہیں. جنازے کا اس لیے ہوتا ہے کہ جنازہ عموماً ان کا پبلکلی پڑھا نہیں جاتا, رات کے اندھیرے میں یہ خود ہی پڑھ کے دفنا دیتے ہیں. اس وجہ سے عام لوگوں میں ان کے اناؤنسمنٹ بھی نہیں ہوتی ہے, پوری کمیونٹی میں رہ رہے ہوتے ہیں. حتیٰ کہ جن گھروں میں کوئی ہجڑے پیدا بھی ہو جائیں, ہجڑے آ کے لے جاتے ہیں. حالانکہ ماں باپ کو بھی ایسا نہیں کرنا چاہیے. یہ بھی معاشرے کا حصہ ہے, آپ ان کو یہ نہیں پالیں. ظاہر اللہ نے دیکھیں, ایک طرف اگر اللہ آپ کو ہجڑا دے دے, اس کے بدلے میں آپ کو ایک پیرلل بچہ مل جائے, پیرالائز ہوا ہو, فالج گرا ہوا ہو, تو دونوں میں سے کس کی پرورش کرنا آسان ہے؟ ہجڑے کی. تو اللہ کا شکر ادا کریں. اگر کسی کے گھر ہو جاتا ہے تو کہیں شکر ہے اللہ, اس کو آزاد تو نے پورے دیے. ایک چیز ڈسیبل رکھی نا, تو یہ معاشرے میں بڑا یہ پسا ہوا طبقہ ہے. اور میں آپ کو پرسنلی بتاؤں, میں عموماً فقیروں کو جھڑکی تو نہیں دیتا ہوں, لیکن مال پانی بھی نہیں دیتا. مجھے پتہ زیادہ پروفیشنل ہوتے ہیں, لیکن مجھ سے اگر کوئی ہجڑا آ کے مانگتا ہے نا تو میں ضرور دے دیتا ہوں. یہ پسا ہوا طبقہ ہے اس معاشرے کا, حقیقت بات ہے. اگرچہ اس میں کئی لوگ پروفیشنل بھی بنے ہوئے, لیکن ظاہر ہمارے پاس تو کوئی جج کرنے کا طریقہ نہیں ہے کہ کون پروفیشنل ہے. باقی ایک چیز ہے, یہ بڑے آرگنائز ہیں. ان کا آپ لوگ تو ایک امیر کے اوپر متفق نہیں ہو رہے. ایک سیاسی جماعت ہے وہ دوسرا پولیٹیکل لیڈر کو نہیں مانتی ہے, ٹھیک ہے, لیکن ہجڑوں کے اندر ہر شہر کے اندر ایک ان کا لیڈر ہوتا ہے. اس کو کیا کہتے ہیں؟ بیبے. بیبے بھی کہتے ہیں, گورو بھی کہتے ہیں. اور یہ پوری دنیا میں ہے, امریکہ میں, یورپ میں. آپ یوٹیوب پہ پورے پروگرام دیکھیں ان کے اوپر, مختلف چینلز نے کیے ہوئے ہیں. تو پھر ملکی لیول پہ بھی ایک ہوتا ہے. پھر جب کوئی فوت ہوتا ہے تو اس کی جگہ سکسیسر اس کا بنایا جاتا ہے. پورا ان کا ایک آرگنائز سسٹم چل رہا ہوتا ہے. باقی یہ ہے کہ ان میں بھی بریلوی بھی ہیں, دیوبندی بھی ہیں, حدیث بھی ہیں, شیعہ بھی ہیں, سکھ بھی ہیں, عیسائی بھی ہیں. فرقے تو ہیں ہی ہیں نا, تو وہ اسی طریقے سے چل رہے ہیں. نفرت نہیں کرنی چاہیے. اور میں یہ سمجھتا ہوں کہ صرف ہجڑوں کا مسئلہ نہیں ہے, جو لوگ نارمل مرد ہیں نا, انہوں نے بھی ان کو اعلی کار بنایا ہوا ہے اپنا. سب سے بڑے مجرم اس حوالے سے وہ بھی ہیں. گورنمنٹ بھی مجرم ہے کہ ان کے کوئی حقوق دے. جس طرح پچھلی دفعہ چیف جسٹس نے نوٹس لیا تو کم از کم ان کو شناختی کارڈ والا ایشو تو ریزالو ہوا. اب یہ نوکری بھی حاصل کر سکتے ہیں, ڈکلیئرڈ بھی ہو سکتے ہیں شناختی کارڈ کے اوپر, ورنہ ان کے لیے بڑی مشکل ہو گئی تھی. اور کئی لوگوں کو نوکریاں ملی بھی ہیں, بڑے بڑے پڑھے لکھے ہجڑے بھی موجود ہیں. اور نفرت بالکل نہیں کرنی چاہیے. معاشرے کا پسا ہوا طبقہ ہے, بہت زیادہ پسا ہوا طبقہ ہے. ان کے ساتھ حسن سلوک کرنا چاہیے. یعنی میں اس ویڈیو کی وساطت سے, چونکہ میرا پیغام پوری دنیا میں لوگوں تک پہنچتا ہے. باقی آپ کسی کے میڈیکل ٹیسٹ کروانے کے پیچھے درپے نہ ہو, وہ اس کا معاملہ ہے, اللہ کا معاملہ ہے. کسی کے گھر پیدا ہو جائے وہ ہجڑوں کے حوالے نہ کرے کہ اس کو وہ برائی میں ڈال دیں گے, وہ اسی قسم کی وہ قوم لوط والا عمل شروع کر دیں گے. اس کا وبال بھی آپ کے اوپر ہوگا. پالیں. کئی لوگ ہیں جنہوں نے بچے پالے ہیں, لیکن بعد میں یہ ظلم بھی نہ کریں کہ ایسے بچوں کی آپ شادی کرا کے لوگوں کو آزمائش میں ڈال دیں, لوگوں کی بچیاں جو ہیں وہ آزمائش میں ڈال دیں. ایسا بھی نہیں ہونا چاہیے, ورنہ مصیبت کھڑی ہو جاتی ہے. اور اگر کوئی اس سے پہلے کر چکا ہے تو فوراً سے پہلے تنسیخ نکاح کروائیں, خلا یا طلاق والا معاملہ کر کے ایسے لوگوں کو علیحدہ کریں. یہ ظلم ہے عورت کے ساتھ. پھر ایسے لوگوں کی بیویاں پھر وہ ناجائز طریقوں میں انوالو ہو جاتی ہیں. معاشرے کے لیے پھر ایسے لوگ ناسور بن جاتے ہیں. لیکن یہ سب کی سب چیزیں ظاہر ہے ہم تو صرف اصلاحی بیان کر سکتے ہیں. حکومت کا کام ہے کہ حکومتی لیول کے اوپر ان ایشوز کو ریزالو کیا جائے. اوکے جی مترو, اسی کہتے ہیں ویڈیو جس آپ دیکھا کہ ٹرانسجینڈر رائٹس ان اسلام کی سارا سسٹم سی آپ سارا سمجھا. اینڈ ایک گل ضرور ہے کہ یار دیکھو آپ کہنے ہیں دنیا بہت ایڈوانس ہو گئی ہے, دنیا بہت اگے چلی گئی ہے, پر ہجے بھی نا واقعی گل یہ صحیح ہے کہ پسیا ہوا طبقہ ہے. لوگ ہجے بھی انہوں ایکسیپٹ کر نہیں رہے. ساڈے انڈیا اینڈ پاکستان دے وچ ਖਾਸ ਕਰ ਪੰਜਾਬ ਦੇ ਵਿੱਚ ਆਪਣੇ ਆਪਾਂ ਇਹਨਾਂ ਨੂੰ ਉਦੋਂ ਮੋਸਟਲੀ ਉਹ ਦੇਖਦੇ ਜਦੋਂ ਤੁਹਾਡੇ ਘਰ 'ਚ ਜਵਾਕ ਜੰਮਦਾ, ਜਦੋਂ ਤੁਹਾਡੇ ਘਰ 'ਚ ਕੋਈ ਵਿਆਹ ਹੁੰਦਾ, ਠੀਕ ਹੈ, ਤੇ ਇਹ ਆਉਂਦੇ ਆ, ਇਹ ਨੱਚਦੇ ਆ, ਵਧਾਈ ਲੈ ਕੇ ਚੱਲ ਜਾਂਦੇ ਆ, ਠੀਕ ਹੈ. ਐਂਡ ਦੇਖੋ ਇੱਥੇ ਵੀ ਲੋਕਾਂ ਦੀ ਆਪਾਂ ਨੂੰ ਇਹ ਚੀਜ਼ ਵਧੀਆ ਕਿ ਚਲੋ ਰਿਸਪੈਕਟ ਕਰਦੇ ਆ ਨਾ, ਇਹਨਾਂ ਨੂੰ ਵਧਾਈ ਦਿੰਦੇ ਵੀ ਆ, ਖੁਸ਼ ਹੋ ਕੇ ਦਿੰਦੇ ਆ, ਇਹ ਵੀ ਅੱਗੋਂ ਦੁਆਵਾਂ ਦਿੰਦੇ ਆ, ਆਸ਼ੀਰਵਾਦ ਦਿੰਦੇ ਆ. ਤਾਂ ਦੇਖੋ ਇਹ ਚੀਜ਼ ਹੈ ਕਿ ਹਾਂ ਇਹਨਾਂ ਨੂੰ ਬਾਬੇ ਵੀ ਨਾ ਬਣਾਓ. ਕਈ ਜਣੇ ਤਾਂ ਇੱਦਾਂ ਹੀ ਕਰਦੇ ਆ ਸਾਡੇ ਇੱਧਰ ਵੀ ਇਹਨਾਂ ਨੂੰ ਬਾਬੇ ਵੀ ਬਣਾ ਛੱਡਿਆ. ਨਹੀਂ, ਉਹ ਵੀ ਇਨਸਾਨ ਹੀ ਆ ਯਾਰ, ਉਹ ਬਾਬੇ ਨਹੀਂ ਹੈਗੇ. ਉਹਨਾਂ ਨੇ ਤੁਹਾਡੀਆਂ ਕਮੀਆਂ ਨਹੀਂ ਪੂਰੀਆਂ ਕਰਨੀਆਂ, ਉਹਨਾਂ ਨੇ ਤੁਹਾਨੂੰ ਵਰ ਨਹੀਂ ਦੇ ਦੇਣੇ ਕਿ ਹਾਂ ਵੀ ਜਾ ਬੱਚਾ ਮੈਂ ਤੁਮੇ ਵਰਦਾਨ ਦੇਤਾ ਹੂੰ. ਉਹ ਨਹੀਂ ਹੈਗਾ. ਬਾਬੇ ਨਾ ਬਣਾਓ ਇਹਨਾਂ ਨੂੰ, ਉਹ ਵੀ ਇਨਸਾਨ ਹੀ ਆ, ਉਹਨਾਂ ਨੇ ਇਨਸਾਨਾਂ ਵਾਂਗੂ ਟਰੀਟ ਕਰੋ. ਸਾਡੇ ਇੱਧਰ ਪੰਜਾਬ ਦੇ ਵਿੱਚ ਕਾਫੀ ਸਾਰੇ ਇੱਦਾਂ ਦੇ ਆ ਜਿਹੜੇ ਪਬਲਿਕਲੀ ਮਤਲਬ ਆਪਣੀਆਂ ਜੌਬਸ ਕਰ ਰਹੇ ਆ, ਠੀਕ ਹੈ. ਉਹ ਕਿਸੇ ਵੀ ਸੈਕਟਰ ਦੇ ਵਿੱਚ ਹੋ ਸਕਦਾ, IT ਸੈਕਟਰ ਹੈ ਜਾਂ ਪੁਲਿਸ ਡਿਪਾਰਟਮੈਂਟ ਹੈ ਜਾਂ ਕਿਤੇ ਵੀ ਹੈ, ਵਟ ਐਵਰ. ਸੋ ਇਹਨਾਂ ਨੂੰ ਉੱਦਾਂ ਹੀ ਐਕਸੈਪਟ ਕਰਨਾ ਚਾਹੀਦਾ. ਦੁਨੀਆ ਬਹੁਤ ਅੱਗੇ ਪਹੁੰਚ ਗਈ ਹੈ ਯਾਰ. ਥੋੜ੍ਹਾ ਜਿਹਾ ਇਹਨਾਂ ਨੂੰ ਵੀ ਇਹ ਵੀ ਉਹੀ ਆਪਣੇ ਜੀ ਹੈ, ਇਹਨਾਂ ਨੇ ਵੀ ਉਨੀ ਹਵਾ ਪਾਣੀ ਖਿੱਚਣੀ ਹੈ ਜਿੰਨਾ ਆਪਾਂ ਖਿੱਚ ਰਹੇ ਹਾਂ, ਠੀਕ ਹੈ. ਸੋ ਉਨਾ ਹੀ ਹੱਕ ਹੈ ਇਹਨਾਂ ਦਾ. ਸੋ ਇਹਨਾਂ ਨਾਲ ਨਫ਼ਰਤ ਨਾ ਕਰਿਆ ਕਰੋ. ਆਮ ਦੇਖੋ ਜਿੱਦਾਂ ਤੁਸੀਂ ਬਾਕੀ ਮੁੰਡੇ ਕੁੜੀਆਂ ਨੂੰ ਜਾਂ ਫੀਮੇਲ ਮੇਲ ਨੂੰ ਦੇਖਦੇ ਹੋ, ਉੱਦਾਂ ਹੀ ਇਹਨਾਂ ਨੂੰ ਦੇਖੋ. ਸੋ ਇਹ ਸੀ ਅੱਜ ਦੀ ਵੀਡੀਓ. ਹੋਪ ਸੋ ਤੁਹਾਨੂੰ ਵਧੀਆ ਲੱਗੀ ਹੋਣੀ ਹੈ. ਜਿਨ੍ਹਾਂ ਨੇ ਪਾਰਟ ਪਹਿਲਾਂ ਨਹੀਂ ਦੇਖਿਆ ਤੁਸੀਂ ਜਾ ਕੇ ਪਹਿਲਾਂ ਦੇਖ ਲਓ, ਕਿਉਂਕਿ ਉਹਦੇ ਵਿੱਚ ਵੀ ਬਹੁਤ ਇੰਪੋਰਟੈਂਟ ਡਿਸਕਸ਼ਨ ਹੋਈਆਂ ਸੀਗੀਆਂ. ਸੋ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ 'ਚ. ਟਿਲ ਦੈਨ ਮੇਕ ਸ਼ੋਰ ਹਿੱਟ ਦੈਟ.
ਸਬਸਕ੍ਰਾਈਬ। Punjabi Real TV. Punjabi Real